Hello everyone. So today we are going to start a subject of design, that is design of steel structures. So in this particular video lecture I will be discussing about introduction to steel structures, that what are steel structures, what are its type, what are the type of members used in steel structures, as well as the syllabus which we are going to do in this full course. So let's start. So the very first is, what is a steel structure? A steel structure is a combination of group of members or elements using various type of connections for sustaining and transmission of applied forces safely to the ground. So steel structure किया बहुत ਸਾਰੇ ਮੈਂਬਰਸ ਜਿਨ੍ਹਾਂ ਨੂੰ ਅਸੀਂ ਐਲੀਮੈਂਟਸ ਵੀ ਕਹਿ ਦਿੰਦੇ ਆ, ਉਹਨਾਂ ਦਾ ਗਰੁੱਪ ਦੀ ਜੁਆਇਨਿੰਗ ਹੈ ਕਿਹਨਾਂ ਦੇ ਨਾਲ? ਬਾਈ ਵੇਰੀਅਸ ਟਾਈਪ ਆਫ ਕਨੈਕਸ਼ਨਸ, ਜਿਹੜੇ ਆਪਾਂ ਅੱਗੇ ਜਾ ਕੇ ਪੜਾਂਗੇ। ਅਲੱਗ-ਅਲੱਗ ਟਾਈਪ ਦੇ ਕਨੈਕਸ਼ਨਸ ਦੇ ਨਾਲ ਜਦੋਂ ਅਸੀਂ ਮੈਂਬਰਸ ਨੂੰ ਜੋੜ ਕੇ ਇੱਕ ਸਟਰਕਚਰ ਬਣਾਉਂਦੇ ਆ, ਜਿਹਦਾ ਮੇਨ ਪਰਪਸ ਕੀ ਹੁੰਦਾ ਕਿ ਉਹ ਲੋਡ ਚੱਕ ਸਕੇ, ਪਲੱਸ ਜਿੰਨੀ ਦੇਰ ਲਈ ਚੱਕਣਾ ਹੈ, ਔਰ ਸਾਡਾ ਉਸ ਤੋਂ ਬਾਅਦ ਉਹ ਟਰਾਂਸਮਿਟ ਕਰ ਦੇਵੇ ਟੂ ਅਨਦਰ ਕੰਪੋਨੈਂਟ, ਔਰ ਸਾਰੀਆਂ ਦੀਆਂ ਸਾਰੀਆਂ ਫੋਰਸਿਸ ਕੰਪੋਨੈਂਟ ਟੂ ਕੰਪੋਨੈਂਟ ਵੇਰੀ ਹੋ ਕੇ ਉਹ ਕਿੱਥੇ ਪਹੁੰਚ ਜਾਣ? ਸੋਇਲ ਦੇ ਉੱਤੇ। Now when I say component to component, that means ਜਿਹੜੇ ਲੋਡਸ ਪੈ ਰਹੇ ਨੇ, ਲਾਈਵ ਲੋਡ ਹੋ ਗਏ, ਡੈਡ ਲੋਡ ਹੋ ਗਏ, ਉਹ ਤੁਹਾਡੇ ਸਲੈਬ ਦੇ ਉੱਤੇ ਪੈਣਗੇ। ਸਲੈਬ ਤੋਂ ਉਹ ਲੋਡ ਜਾਏਗਾ ਬੀਮਸ ਦੇ ਉੱਤੇ, ਬੀਮਸ ਤੋਂ ਲੋਡ ਜਾਏਗਾ ਕਾਲਮਸ ਦੇ ਉੱਤੇ, ਕਾਲਮਸ ਤੋਂ ਲੋਡ ਜਾਏਗਾ ਫੁਟਿੰਗ ਦੇ ਉੱਤੇ, ਫੁਟਿੰਗ ਤੋਂ ਲੋਡ ਜਾਏਗਾ ਸੋਇਲ ਦੇ ਉੱਤੇ। So transmission of applied forces safely to the soil or ground. So next is, what are the various type of structural members? That structures may be of RCC or that may be of steel. So the very first, based on the transmission of forces, the types of members are, very first members are tension members. So tension members are those members which are used to carry tensile forces. Suppose I have a member, ਮੇਰੇ ਕੋਲ ਇੱਕ ਮੈਂਬਰ ਹੈ ਜਿਹਦੇ ਉੱਤੇ ਇੱਕ ਫੋਰਸ ਲੱਗ ਰਹੀ ਹੈ ਬਾਹਰ ਵਾਲੇ ਪਾਸੇ, ਜਿਹਨੂੰ ਅਸੀਂ ਖਿੱਚਵੀਂ ਫੋਰਸ ਕਹਿੰਦੇ ਆ, ਮਤਲਬ ਖਿੱਚ ਰਹੀ ਆ ਇਸ ਬੋਡੀ ਨੂੰ। ਦਿਸ ਇਜ਼ ਸੇ ਅ ਬੋਡੀ, that force is called tensile force। ਔਰ ਇਹਨਾਂ tensile forces ਨੂੰ ਚੱਕਣ ਦੇ ਲਈ ਜਿਹੜੇ members used ਹੁੰਦੇ ਨੇ, that members are called tension members। ਕੰਕਰੀਟ ਦੇ ਵਿੱਚ tension members ਨਹੀਂ ਪ੍ਰੋਵਾਈਡ ਕਰਦੇ ਕਿਉਂਕਿ ਉਹਦੇ ਵਿੱਚ cracks ਆਉਣ ਦਾ ਡਰ ਰਹਿੰਦਾ, ਪਰ steel structures ਦੇ ਵਿੱਚ ਅਸੀਂ tension member ਪਾ ਸਕਦੇ ਹਾਂ ਕਿਉਂਕਿ steel is very good in tension। So I have written a term axial। axial ਮਤਲਬ ਕੀ ਹੁੰਦਾ? ਜਦੋਂ ਵੀ ਕੋਈ ਵੀ ਮੈਂਬਰ ਹੈ ਉਹਦੀ ਲੈਂਥ ਦੇ ਅਲੋਂਗ ਜਿਹੜੀ ਐਕਸਿਸ, ਸੈਂਟਰੋਇਡਲ ਐਕਸਿਸ ਹੁੰਦੀ ਹੈ, ਜਦੋਂ ਉਹਦੇ ਉੱਤੇ ਲੋਡ ਲੱਗਦਾ, that load is called axial load। So it is axis। ਅਗਰ ਇਸ ਐਕਸਿਸ ਦੇ ਉੱਤੇ ਤੁਹਾਡਾ ਲੋਡ ਲੱਗੇਗਾ, then that force is called axial force। ਔਰ ਉਹ ਟੈਂਸਾਈਲ ਹੈ, ਇਸ ਕਰਕੇ ਅਸੀਂ ਲਿਖਦੇ ਹਾਂ axial tensile force। ਔਰ ਸਿਮਿਲਰਲੀ ਜੇਕਰ ਸਾਡੇ ਮੈਂਬਰਸ ਦੇ ਵਿੱਚ ਟੈਂਸਾਈਲ ਫੋਰਸ ਦੀ ਬਜਾਏ ਸਾਡੇ ਕੋਲ ਫੋਰਸਸ ਹੋਣ ਕੰਪਰੈਸਿਵ, then ਤਾਂ ਜਿਹੜਾ ਸਾਡੇ ਕੋਲ ਸਟਰਕਚਰ ਬਣੇਗਾ ਉਹ ਕਿਹੜਾ ਬਣੇਗਾ? ਜਿਹੜੇ ਸਾਡੇ ਕੋਲ ਮੈਂਬਰਸ ਬਣਨਗੇ ਉਹ ਕਿਹੜੇ ਮੈਂਬਰਸ ਹੋਣਗੇ? ਕੰਪਰੈਸ਼ਨ ਮੈਂਬਰਸ। ਸੋ ਆਈ ਵਿਲ ਸ਼ੋ ਯੂ ਹੇਅਰ। ਸੋ ਬੇਸਿਕਲੀ ਅਗਰ ਸਾਡੇ ਕੋਲ ਕੋਈ ਵੀ ਮੈਂਬਰ ਹੈ, ਸਪੋਜ਼ ਇਹਦੇ ਉੱਤੇ ਜਿਹੜੀ ਫੋਰਸ ਲੱਗ ਰਹੀ ਆ ਉਹ ਦਬਵੀਂ ਫੋਰਸ ਆ, ਮਤਲਬ ਦਬਾਅ ਪਾ ਰਹੀ ਹੈ ਬੋਡੀ ਦੇ ਉੱਤੇ, then that force is called compressive force। ਔਰ ਉਹ ਐਕਸਿਸ ਦੇ ਉੱਤੇ ਲੱਗ ਰਹੀ ਹੈ, ਲੌਂਗੀਟਿਊਡਨਲ ਐਕਸਿਸ ਦੇ ਉੱਤੇ ਲੱਗ ਰਹੀ ਹੈ। So that's why ਉਹਨੂੰ ਅਸੀਂ ਕਵਾਂਗੇ axial compressive force, right? So that is called, ਅਗਰ ਜਿਹੜੇ the members which carry compressive forces are called compression members। ਜਿਹੜੇ members compressive forces ਚੱਕਦੇ ਆ ਉਹਨਾਂ ਨੂੰ ਅਸੀਂ compression members ਕਹਿੰਦੇ ਆ। And next is flexural members।
ਜਿਹੜੇ ਮੈਂਬਰਸ ਬੈਂਡਿੰਗ ਮੂਵਮੈਂਟ ਚੱਕਦੇ ਆ ਉਹਨਾਂ ਨੂੰ ਅਸੀਂ ਫਲੈਕਚਰਲ ਮੈਂਬਰਸ ਕਹਿੰਦੇ ਆ। ਸਭ ਤੋਂ ਵਧੀਆ ਐਗਜ਼ਾਮਪਲ ਸਾਡੇ ਮਾਈਂਡ ਦੇ ਵਿੱਚ ਜਦੋਂ ਅਸੀਂ ਫਲੈਕਚਰਲ ਮੈਂਬਰ ਦੀ ਗੱਲ ਕਰਦੇ ਹਾਂ, ਬੈਂਡਿੰਗ ਮੂਵਮੈਂਟ ਚੱਕਣ ਦੀ ਗੱਲ ਕਰਦੇ ਹਾਂ, ਤੇ ਉਹ ਸਭ ਤੋਂ ਪਹਿਲੇ ਨੰਬਰ ਤੇ ਉੱਤੇ ਬੀਮਸ ਆਉਂਦੇ ਨੇ। ਔਰ ਲਾਸਟ ਮੈਂਬਰਸ ਹੈ ਸਾਡੇ ਕੋਲ ਟੋਰਜਨਲ ਮੈਂਬਰਸ, ਜਿਨ੍ਹਾਂ ਦੇ ਉੱਤੇ ਟੋਰਜਨ ਜਾਂ ਟਵਿਸਟਿੰਗ ਲੱਗਦੀ ਹੈ। ਮਤਲਬ ਸਪੋਜ਼ ਆ ਮੇਰੇ ਕੋਲ ਮੈਂਬਰ ਹੈ, ਜਿਵੇਂ ਸ਼ਾਫਟ ਹੁੰਦੀ ਹੈ ਮਸ਼ੀਨਾਂ ਦੀ, ਸੋ ਦਿਸ ਇਜ਼ ਦ ਸਿਲੈਂਡਰੀਕਲ ਐਲੀਮੈਂਟ, ਉਹਦੇ ਤੇ ਜਿਹੜੀ ਆਹ ਵਾਲੀ ਫੋਰਸ ਲੱਗੀ, ਦਿਸ ਫੋਰਸ ਇਜ਼ ਕਾਲਡ twisting force, right? So these are the 4 types of members. So let's have a view of these members. So the very first is tension member, compression member. So tension and compression member ज़्यादातर steel ਦੇ structures ਵਿੱਚ ਕਿੱਥੇ ਆਉਂਦੀਆਂ, trusses ਦੇ ਵਿੱਚ। ਜਿਹੜੇ ਤੁਹਾਡੇ ਟਰਸ ਦੇ ਬ੍ਰਿਜਸ ਬਣੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਕੰਪੋਨੈਂਟਸ ਨੇ ਉਹਨਾਂ ਦੇ ਵਿੱਚ ਜਾਂ ਟੈਂਸ਼ਨ ਫੋਰਸ ਡਿਵੈਲਪ ਹੁੰਦੀ ਆ ਜਾਂ ਕੰਪਰੈਸਿਵ, ਉਹਦੇ ਵਿੱਚ ਬੈਂਡਿੰਗ ਨਹੀਂ ਹੁੰਦੀ, ਜਸਟ tension and compression. So next ਤੁਹਾਡੇ ਕੋਲੋਂ it is a column and this is a beam, steel beam and steel column. So ਕੋਈ ਵੀ ਇਹੋ ਜਿਹਾ ਸਟਰਕਚਰ ਜਿਹੜਾ ਕਿ ਕਾਲਮ ਤੇ ਬੀਮ ਨੂੰ ਜੁਆਇਨ ਕਰਕੇ ਬਣਾਇਆ ਗਿਆ ਹੋਵੇ, ਠੀਕ ਹੈ ਜੀ, that is known as framed structure. ਜਿਹੜਾ ਸਟਰਕਚਰ ਸਿਰਫ ਬੀਮ ਤੇ ਕਾਲਮਸ ਨੂੰ ਜੋੜ ਕੇ ਨਾਲ ਸਲੈਬਸ ਵੀ ਪ੍ਰੋਵਾਈਡ ਕਰ ਦਿੱਤੀਆਂ ਜਾਣ, ਤੇ ਉਹ ਸਾਡੇ ਕੋਲ ਕਿਹੜੇ ਸਟਰਕਚਰਸ ਹੁੰਦੇ ਨੇ, ਫਰੇਮਡ ਸਟਰਕਚਰਸ। ਔਰ ਰਾਈਟ ਸਾਈਡ ਦੇ ਉੱਤੇ ਮੈਂ ਟਵਿਸਟਿੰਗ ਜਾਂ ਟੋਰਜਨ ਦਾ ਇਫੈਕਟ ਦਿਖਾਇਆ ਹੋਇਆ, ਕਿਸੇ ਬੋਡੀ ਦੇ ਉੱਤੇ ਟੋਰਜਨ ਦਾ ਇਫੈਕਟ ਕਿਵੇਂ ਪੈਂਦਾ ਆ। ਸੋ ਫਰਦਰ ਮੂਵਿੰਗ ਓਵਰ ਟੂ ਟਾਈਪਸ ਆਫ ਮੈਂਬਰਸ। ਅਸੀਂ ਮੈਂਬਰਸ ਦੀ ਗੱਲ ਕਰ ਲਈ, ਸਪੋਜ਼ ਮੈਂ ਟਰਸਟ ਦੀ ਹੁਣੀ ਗੱਲ ਕਰਕੇ ਹਟਿਆ ਸੀ, ਆ 2 ਤਰੀਕੇ ਦੇ ਮੈਂਬਰਸ। ਨਾਓ ਇੱਕ ਮੈਂਬਰ ਆ ਦੂਸਰਾ ਮੈਂਬਰ, ਇਹ ਤੀਸਰਾ ਮੈਂਬਰ, ਇਸ ਤਰੀਕੇ ਦੇ ਨਾਲ ਟਰਸਟ ਦੇ ਮੈਂਬਰਸ ਵੇਰੀ ਕਰ ਰਿਹਾ ਸੇ। ਸੋ ਇਹਨਾਂ 2 ਮੈਂਬਰਸ ਨੂੰ ਜੁਆਇਨ ਕਰਨ ਦੇ ਲਈ ਅਸੀਂ ਇੱਥੇ ਇੱਕ ਚੀਜ਼ ਲਗਾਉਂਦੇ ਹਾਂ, ਦੈਟ ਇਜ਼ ਕਾਲਡ ਕਨੈਕਸ਼ਨ। ਸੋ ਇੱਥੇ ਕਿਸ ਤਰੀਕੇ ਦਾ ਕਨੈਕਸ਼ਨ ਪ੍ਰੋਵਾਈਡ ਕੀਤਾ ਜਾਂਦਾ ਜਾਂ ਕੀਤਾ ਜਾ ਸਕਦਾ। ਸੋ ਬੇਸਿਕਲੀ ਸਾਡੇ ਕੋਲ 4 ਤਰੀਕੇ ਦੇ ਕਨੈਕਸ਼ਨਸ ਹੁੰਦੇ ਨੇ, ਰਿਵੇਟਡ, ਬੋਲਟਡ, ਵੈਲਡਡ ਐਂਡ ਪਿੰਡ। 1 ਬਾਈ 1 ਆਪਾਂ ਉਹਨਾਂ ਦਾ ਵਿਊ ਲਵਾਂਗੇ ਤੇ ਦੇਖਾਂਗੇ ਕਿਸ ਤਰੀਕੇ ਨਾਲ ਜੁਆਇਨ ਹੁੰਦੇ ਆ। ਸੋ ਦ ਵੈਰੀ ਫਰਸਟ ਇਜ਼ ਰਿਵੇਟਡ ਕਨੈਕਸ਼ਨ, ਰਾਈਟ। ਸੋ ਅਸੀਂ ਬਹੁਤ ਥਾਵਾਂ ਦੇ ਉੱਤੇ ਇਹੋ ਜਿਹਾ ਸਟਰਕਚਰ ਦੇਖਿਆ ਜਿਹਦੇ ਉੱਤੇ ਛੋਟੀਆਂ ਛੋਟੀਆਂ ਗੋਲੀਆਂ ਜੀਆਂ ਦਿਖਦੀਆਂ ਹੁੰਦੀਆਂ ਦੋਵੇਂ ਪਾਸਿਓਂ, ਮੈਂਬਰ ਦੇ ਲੈਫਟ ਪਾਸੇ ਵੀ ਤੇ ਰਾਈਟ ਪਾਸੇ ਵੀ। ਐਕਚੁਅਲੀ ਦੈਟ ਕੰਪੋਨੈਂਟ ਇਜ਼ ਕਾਲਡ ਰਿਵੇਟ। ਰਿਵੇਟ ਐਕਚੁਅਲੀ ਬੇਸਿਕਲੀ ਕੀ ਹੁੰਦੀ ਆ, ਇੱਕ ਪਾਸੇ ਉਹਦਾ ਹੈਡ ਬਣਿਆ ਹੁੰਦਾ ਪਲੱਸ ਦੂਸਰੇ ਪਾਸੇ ਰਿਵੇਟ ਦਾ ਪੋਰਸ਼ਨ ਹੁੰਦਾ, that portion is called shank. This is called shank and this is called head. So head ਤੇ shank ਦਾ combination ਕਰਕੇ ਅਸੀਂ ਰਿਵੇਟ ਕਰਦੇ ਹਾਂ। ਹੁਣ ਰਿਵੇਟ ਨੂੰ ਜਦੋਂ ਕੰਪੋਨੈਂਟਸ ਦੇ ਵਿੱਚ ਪਲੇਸ ਕੀਤਾ ਜਾਂਦਾ, ਸਪੋਜ਼ ਇੱਕ A ਪਲੇਟ ਹੈ, ਆ ਦੂਸਰੀ ਪਲੇਟ ਹੈ, ਇਹਨਾਂ ਦੋਵਾਂ ਦੇ ਵਿੱਚ ਅਸੀਂ ਰਿਵੇਟ ਲਗਾਣੀ ਆ, ਤੇ ਅਸੀਂ ਕੀ ਕੀਤਾ, ਹੋਲ ਕਰਕੇ ਉਹਦੇ ਵਿੱਚ ਰਿਵੇਟ ਫਿੱਟ ਕੀਤੀ, ਰਾਈਟ। ਤਾਂ ਦੂਸਰੇ ਪਾਸੇ ਇਹ ਤਾਂ ਹੋ ਗਿਆ ਮੇਰਾ ਰਿਵੇਟ ਦਾ ਹੈਡ, ਪਰ ਜਿਹੜਾ ਦੂਸਰਾ ਪਾਸਾ ਹੈ ਉਹਦੇ ਵਿੱਚ ਅਸੀਂ ਕੀ ਹੈ, ਬਾਈ ਹੈਮਰਿੰਗ, ਮੈਨੂਅਲੀ ਕਹਿ ਲਓ ਚਾਹੇ ਮਸ਼ੀਨ ਦੇ ਨਾਲ, ਅਸੀਂ ਕੀ ਉਹਦਾ ਦੂਸਰਾ ਹੈਡ ਬਣਾ ਦਿੱਤਾ। ਸੋ ਉਹਦੇ ਨਾਲ ਸਾਨੂੰ ਰਿਵੇਟ ਦੋਵਾਂ ਪਾਸਿਓਂ, ਲੈਫਟ ਵਾਲੇ ਪਾਸਿਓਂ ਵੀ, ਅੱਗਿਓਂ ਵੀ ਤੇ ਪਿੱਛੋਂ ਵੀ, ਲੈਫਟ ਔਰ ਰਾਈਟ ਸਾਨੂੰ ਰਿਵੇਟ ਸੇਮ ਦਿਖਦੀ ਹੈ, ਦੋਵਾਂ ਪਾਸੇ ਹੈਡ ਦਿਖਦਾ ਉਹਦਾ। ਸੋ ਦੂਸਰੇ ਤਰੀਕੇ ਦੇ ਕਨੈਕਸ਼ਨਸ ਨੇ ਰਿਵੇਟਡ ਕਨੈਕਸ਼ਨਸ, ਪਰਮਾਨੈਂਟ ਕਨੈਕਸ਼ਨ ਨੇ, ਔਰ ਰਿਵੇਟ ਟੁੱਟਦੀ ਹੀ ਹੈ, ਇਹ ਖੁੱਲਦੀ ਨਹੀਂ। ਸੋ ਦੈਟਸ ਵਾਈ ਉਹਦੇ ਇਸ ਅਸੀਂ ਕਹਿ ਸਕਦੇ ਹਾਂ ਡਿਸਐਡਵਾਂਟੇਜ ਨੂੰ ਓਵਰਕਮ ਕਰਨ ਦੇ ਲਈ ਅਸੀਂ ਜਿਹੜੇ ਦੂਸਰੇ ਤਰੀਕੇ ਦੇ ਕਨੈਕਸ਼ਨਸ ਯੂਜ਼ ਕਰਦੇ ਹਾਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, that are bolted connections, right? So ਆ ਸਾਡੇ ਕੋਲ ਸਾਰੇ ਦੇ ਸਾਰੇ bolts ਨੇ। So these are the heads of the bolt, head, ਔਰ ਇਹ ਸਾਡੇ ਕੋਲ ਹੈ nut, right? So bolted connections easy ਹੈ ਕਿਉਂਕਿ ਇਹਦੇ ਵਿੱਚ ਅਗਰ ਸਾਡੇ ਕੋਲ ਕੋਈ bolt suppose ਟੁੱਟ ਗਿਆ ਜਾਂ ਖਰਾਬ ਹੋ ਗਿਆ, ਅਸੀਂ ਇਕੱਲੇ ਉਸ bolt ਨੂੰ replace ਕਰ ਸਕਦੇ ਹਾਂ, right? ਜਾਂ ਫਿਰ ਪਰ ਬੋਲਟਿੰਗ ਦੇ ਵਿੱਚ ਇੱਕ ਨੁਕਸਾਨ ਹੁੰਦਾ ਕਿ ਇਹਦੇ ਵਿੱਚ ਜਦੋਂ ਸਾਡੇ ਕੋਲੋਂ ਨਟ ਹੈ ਢਿੱਲਾ ਹੋ ਜਾਂਦਾ, ਉਹਦੇ ਲਈ ਸਾਨੂੰ ਟਾਈਮ ਟੂ ਟਾਈਮ ਇਨਸਪੈਕਸ਼ਨ ਕਰਨੀ ਪੈਂਦੀ ਹੈ ਬੋਲਟਡ ਕਨੈਕਸ਼ਨ ਦੀ, ਕਰਨੀ ਰਿਵੇਟਡ ਦੀ ਵੀ ਪੈਂਦੀ ਹੈ, ਪਰ ਬੋਲਟਿੰਗ ਦੀ ਸਾਨੂੰ ਥੋੜੀ ਜਿਹੀ ਫ੍ਰੀਕੁਐਂਟ ਕਰਨੀ ਪੈਂਦੀ ਕਿਉਂਕਿ ਇਹਦੇ ਵਿੱਚ ਨਟ ਖੁੱਲਣ ਦਾ ਡਰ ਜ਼ਿਆਦਾ ਹੁੰਦਾ। ਸੋ ਇਹ ਤੁਹਾਡੇ ਕੋਲ ਹੋ ਗਏ ਬੋਲਟਡ। ਜਿਹੜੇ ਬੋਲਟਸ ਨੇ ਉਹ ਤੁਹਾਡੇ ਕਿਸੇ ਗ੍ਰੇਡ ਦੇ ਨਾਲ ਡੈਜ਼ਿਗਨੇਟ ਕੀਤੇ ਜਾਂਦੇ ਨੇ। ਉਹ ਕਿਵੇਂ ਕੀਤੇ ਜਾਂਦੇ ਨੇ, ਜਿਵੇਂ 4.6 ਗ੍ਰੇਡ ਬੋਲਟ ਹੋ ਗਏ,
ठीक है जी, जिवें 8.8 ग्रेड वोल्ट्स हो गए। सो ये तुहाडे वोल्ट्स दे ग्रेड होणगे जिन्हां बारे असीं अगे जाके पढ़ांगे। दैट मीनस वोल्ट एक डायामीटर दे नाल देखे जांदे आ कि किस तरीके दा वोल्ट आ, दूसरा ग्रेड नाल। सो असीं जे कहिए सानू क्वेश्चन दे विच किवें दित्ता होऊगा जदों असीं न्यूमेरिकल प्रॉब्लम्स करांगे, सानू दित्ता गया होऊगा कि 20 mm डायामीटर दे जिहड़े वोल्ट्स ने ऑफ 4.6 ग्रेड, राइट। सो ਇਹਦਾ ਕੀ ਸਿਗਨੀਫੀਕੈਂਸ ਹੈ ਜਾਂ ਇਹਦਾ ਕੀ ਮਤਲਬ ਉਹ ਦੱਸਾਂਗੇ ਬਾਅਦ ਵਿੱਚੋਂ। ਸੋ ਜਿਹੜੇ 20 mm ਡਾਇਆ ਵੋਲਟਸ ਆ ਇਹਨੂੰ ਇਸ ਤਰੀਕੇ ਨਾਲ ਵੀ ਲਿਖ ਕੇ ਦੇ ਸਕਦੇ ਆ M20 ਵੋਲਟਸ। ਤਾਂ M20 ਵੋਲਟਸ ਦਾ ਮਤਲਬ ਦ ਡਾਇਆਮੀਟਰ ਆਫ ਵੋਲਟ ਇਜ਼ 20 mm ਨੋਮੀਨਲ ਡਾਇਆਮੀਟਰ। ਸੋ ਨੈਕਸਟ ਤਰੀਕੇ ਦੇ ਕਨੈਕਸ਼ਨਸ ਆ ਵੈਲਡਡ ਕਨੈਕਸ਼ਨ। ਅਸੀਂ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਹਾਂ ਵੈਲਡਿੰਗ ਸਾਡੀ ਯੂਜ਼ ਹੁੰਦੀ ਆ। ਵੈਲਡਿੰਗ ਕਨੈਕਸ਼ਨਸ ਦੇ ਵਿੱਚ ਬੇਸਿਕਲੀ ਕੀ ਹੁੰਦਾ, ਸਾਡੇ ਐਡਵਾਂਟੇਜ ਹੈ ਕਿ ਵੈਲਡਡ ਦੇ ਵਿੱਚ ਖੜਕਾ ਵੱਧ ਹੋਏ ਬਿਨਾ ਸਾਡੇ ਕੋਲੋਂ ਇਹ ਕਨੈਕਸ਼ਨਸ ਬਣ ਜਾਂਦੇ। ਬਟ ਦ ਡਿਫਰੈਂਸ ਇਜ਼ ਕਿ ਵੈਲਡਿੰਗ ਦੇ ਅੰਦਰ ਜੇਕਰ ਕੋਈ ਪੋਰ ਰਹਿ ਗਿਆ, ਕੋਈ ਹਵਾ ਦਾ ਪੋਰ ਰਹਿ ਗਿਆ ਜਾਂ ਉਹਦੇ ਵਿੱਚ ਖਾਲੀ ਥਾਂ ਰਹਿ ਗਈ ਜਿਹਦੇ ਕਰਕੇ ਉਹਦੇ ਵਿੱਚ ਪਾਣੀ ਚਲੇ ਗਿਆ, ਤਾਂ ਤੁਹਾਡੇ ਵੈਲਡ ਦੀ ਤਾਕਤ ਘਟ ਜਾਂਦੀ ਹੈ। ਇਸ ਕਰਕੇ ਵੈਲਡਡ ਕਨੈਕਸ਼ਨ ਕਰਨ ਲੱਗੇ ਸਾਨੂੰ ਐਕਸਪਰਟੀਜ਼ ਵਾਲੇ ਬੰਦਿਆਂ ਨੂੰ ਹੀ ਲਗਾਉਣਾ ਚਾਹੀਦਾ, ਕਿਉਂਕਿ ਇਹ ਸਾਰਾ ਦਾ ਸਾਰਾ ਸਟਰਕਚਰ ਨੂੰ ਸੰਭਾਲਣ ਦਾ ਮਾਮਲਾ ਹੁੰਦਾ। ਦੈਟਸ ਵਾਈ ਕਿ ਸਾਡਾ ਸਟਰਕਚਰ ਪ੍ਰੋਪਰ ਸਟੇਬਲ ਹੋਵੇ। ਸੋ ਫॉर दैट ਉਹਨੂੰ ਕਨੈਕਸ਼ਨ ਨੂੰ ਜੁਆਇਨ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ, ਵੈਲਡਿੰਗ ਕਨੈਕਸ਼ਨਸ ਯੂਜ਼ ਕਰਦੇ ਹਾਂ। ਸੋ ਜਦੋਂ ਅਸੀਂ ਵੈਲਡਿੰਗ ਕਨੈਕਸ਼ਨਸ ਦੀ ਗੱਲ ਕਰੀਏ ਤਾਂ ਸਪੋਜ਼ ਇੱਕ ਸਾਡੇ ਕੋਲ ਵਰਟੀਕਲ ਮੈਂਬਰ ਹੈ ਤਾਂ ਇੱਕ ਹੌਰੀਜ਼ੌਂਟਲ। ਇਹਨਾਂ ਦੋਵਾਂ ਨੂੰ ਜੋੜਨ ਦੇ ਲਈ ਵੈਲਡਿੰਗ ਦੇ ਕਨੈਕਸ਼ਨਸ ਤਿੰਨ ਤਰੀਕੇ ਦੇ ਹੁੰਦੇ ਨੇ। ਇੱਕ ਹੁੰਦੇ ਨੇ this type of connection, ਇੱਕ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਹੋ ਥੱਲੇ ਫਿਗਰ ਦੇ ਵਿੱਚ, ਔਰ ਇੱਕ ਤੁਹਾਡੇ ਹੁੰਦੇ ਨੇ this। ਆ ਤਿੰਨ ਤਰੀਕੇ ਦੇ ਕਨੈਕਸ਼ਨਸ ਆ। ਇਹਨਾਂ ਨੂੰ ਕੀ ਕਹਿੰਦੇ ਆ ਕੀ ਨਹੀਂ, that we will discuss in the chapter of welded connection. So I am giving only the introduction to various type of connections। मैं सारे connections नहीं हजे explain करने क्योंकि वो chapter wise अगे आएंगे। सो नैक्सट इज पिंड कनैक्शन। ਅਸੀਂ ਬਹੁਤ तरीके ਦੇ ਬਹੁਤ ਵੱਡੇ ਵੱਡੇ ਬ੍ਰਿਜਸ ਵਿੱਚ ਜਾਂ ਸਟਰਕਚਰਸ ਦੇ ਵਿੱਚ ਇਸ ਤਰੀਕੇ ਦੇ ਜੁਆਇੰਟਸ ਬਣੇ ਦੇਖੇ ਹੋਣੇ ਆ, ਰਾਈਟ। ਸੋ ਇਹ ਸਾਡੇ ਕੋਲੋਂ ਕਿਹੜੇ ਨੇ, these all are ਪਿੰਡ ਕਨੈਕਸ਼ਨ। ਔਰ ਇਹਦੇ ਵਿੱਚ ਜਿਹੜਾ ਸਟੀਲ ਦਾ this ਮੈਂਬਰ ਜਿਹੜਾ ਆ ਲੱਗਿਆ ਹੁੰਦਾ ਜਾਂ ਇਹਦੇ ਵਿੱਚ ਆ ਚੀਜ਼ ਲੱਗੀ ਹੋਈ ਆ, ਰਾਈਟ, ਇਹਦੇ ਵਿੱਚ ਆਹ ਵਾਲੀ ਚੀਜ਼ ਲੱਗੀ ਆ, these all are pins ਜਿਹਦੇ ਨਾਮ ਦੇ ਉੱਤੇ ਇਹ ਕਨੈਕਸ਼ਨ ਦਾ ਨਾਮ ਪਿਆ। ਸੋ ਇਹ ਚਾਰ ਤਰੀਕੇ ਦੇ ਕਨੈਕਸ਼ਨਸ ਆ ਜਿਹੜੇ ਯੂਜ਼ ਕੀਤੇ ਜਾਂਦੇ ਨੇ। ਸੋ ਉਸ ਤੋਂ ਬਾਅਦ ਵਾਟ ਇਜ਼ ਸਟਰਕਚਰਲ ਇੰਜੀਨੀਅਰਿੰਗ। ਸੋ ਸਿਵਲ ਇੰਜੀਨੀਅਰਿੰਗ ਦੀਆਂ ਜਦੋਂ ਅਸੀਂ ਫਰਦਰ ਬ੍ਰਾਂਚਸ ਦੀ ਗੱਲ ਕਰਦੇ ਹਾਂ ਤੇ ਆਪਾਂ ਜਨਰਲੀ ਮੈਂ ਤੁਹਾਨੂੰ ਤਿੰਨ ਬ੍ਰਾਂਚਸ ਗਿਣਾ ਦਿੰਦਾ। ਵੈਸੇ ਸਿਵਲ ਇੰਜੀਨੀਅਰਿੰਗ ਦੀਆਂ ਬਹੁਤ ਜ਼ਿਆਦਾ ਬ੍ਰਾਂਚਸ ਨੇ। ਦ ਮੇਨ ਬ੍ਰਾਂਚ ਇਜ਼ ਸਟਰਕਚਰਲ ਇੰਜੀਨੀਅਰਿੰਗ, another is geotechnical engineering, third is environmental engineering. So I am only giving you the introduction। ਇਹ ਤਿੰਨ ਤਰੀਕੇ ਦੀਆਂ ਇੰਜੀਨੀਅਰਿੰਗਸ ਆ, ਮਤਲਬ ਹੈ ਤਾਂ ਸਾਰੀਆਂ ਸਿਵਲ ਇੰਜੀਨੀਅਰਿੰਗਸ, ਪਰ ਉਹਦਾ ਵੀ ਫਰਦਰ ਕਿਸੇ ਐਕਸਪਰਟੀਜ਼ ਜਾਂ ਜਦੋਂ ਅਸੀਂ ਕਿਸੇ ਇੱਕ ਫੀਲਡ ਦੇ ਵਿੱਚ ਐਕਸਪਰਟ ਹੋਣਾ ਹੁੰਦਾ, ਸੋ ਅਸੀਂ ਇੱਕ ਫੀਲਡ ਲੈਂਦੇ ਹਾਂ। ਸੋ ਸਟਰਕਚਰਲ ਇੰਜੀਨੀਅਰਿੰਗ ਬੇਸਿਕਲੀ ਸਿਵਲ ਇੰਜੀਨੀਅਰਿੰਗ ਦੀ ਉਹ ਬ੍ਰਾਂਚ ਹੈ ਜਿਹਦੇ ਵਿੱਚ ਅਸੀਂ ਬਿਲਡਿੰਗਸ ਦਾ ਐਨਾਲਿਸਿਸ ਸਿੱਖਦੇ ਹਾਂ ਕਿ ਇੱਕ ਬਿਲਡਿੰਗ ਦੇ ਉੱਤੇ ਕਿੰਨੀਆਂ ਕਿੰਨੀਆਂ ਫੋਰਸਸ ਲੱਗਦੀਆਂ। ਸੋ ਬਿਲਡਿੰਗ ਦਾ ਐਨਾਲਿਸਿਸ ਸਿੱਖਦੇ ਹਾਂ, ਪਲੱਸ ਦੂਸਰੀ ਚੀਜ਼ ਹੈ ਬਿਲਡਿੰਗ ਦਾ ਡਿਜ਼ਾਈਨ ਸਿੱਖਦੇ ਹਾਂ। ਸੋ ਹੁਣ ਐਨਾਲਿਸਿਸ ਤੇ ਡਿਜ਼ਾਈਨ ਸਿੱਖਣ ਦੇ ਲਈ ਅਸੀਂ ਐਨਾਲਿਸਿਸ ਦੇ ਸਬਜੈਕਟਸ ਕੀਤੇ ਹੋਏ ਨੇ, ਜਿਵੇਂ ਸਟਰੈਂਥ ਆਫ ਮਟੀਰੀਅਲ ਅਸੀਂ ਸਬਜੈਕਟ ਪੜ੍ਹਿਆ ਹੈ, ਉਹ ਸਟਰਕਚਰਲ ਇੰਜੀਨੀਅਰਿੰਗ ਦਾ ਸਬਜੈਕਟ ਹੈ, ਰਾਈਟ, ਜਾਂ ਸੋਲਿਡ ਮਕੈਨਿਕਸ ਜਿਹਨੂੰ ਕਹਿ ਦਿੰਦੇ ਆ। ਉਸ ਤੋਂ ਬਾਅਦ ਇੱਕ ਅਪਲਾਈਡ ਮਕੈਨਿਕਸ ਦਾ ਸਬਜੈਕਟ ਹੁੰਦਾ, ਉਹ ਵੀ ਇਹਦੇ ਵਿੱਚ ਹੀ ਆਉਂਦਾ ਹੈ। ਉਸ ਤੋਂ ਬਾਅਦ ਸਟਰਕਚਰਲ ਐਨਾਲਿਸਿਸ ਦਾ ਸਬਜੈਕਟ ਹੁੰਦਾ, ਉਹ ਵੀ ਇਹਦੇ ਵਿੱਚ ਆਉਂਦਾ। ਸੋ ਡਿਜ਼ਾਈਨ ਦੇ ਵਿੱਚ ਕਿੰਨੇ ਆ ਗਏ, ਜਿਹਨੂੰ ਤੁਸੀਂ DCS ਕਹਿੰਦੇ ਹੋ, ਡਿਜ਼ਾਈਨ ਆਫ ਕੰਕਰੀਟ ਸਟਰਕਚਰਸ, ਜਾਂ ਜਿਹਨੂੰ ਤੁਸੀਂ DSS ਕਹਿੰਦੇ ਹੋ, ਡਿਜ਼ਾਈਨ ਆਫ ਸਟੀਲ ਸਟਰਕਚਰਸ। ਸੋ ਬੇਸਿਕਲੀ ਬਿਲਡਿੰਗਸ ਦਾ ਐਨਾਲਿਸਿਸ ਤੇ ਡਿਜ਼ਾਈਨ ਦੋਵਾਂ ਨੂੰ ਮਿਲਾ ਕੇ ਸਟਰਕਚਰਲ ਇੰਜੀਨੀਅਰਿੰਗ ਬਣਦੀ ਆ, ਠੀਕ। ਸੋ ਸਟਰਕਚਰਲ ਇੰਜੀਨੀਅਰ ਜਾਂ ਸਟਰਕਚਰਲ ਇੰਜੀਨੀਅਰਿੰਗ ਦੇ ਵਿੱਚ ਕੰਮ ਕਰ ਰਹੇ ਬੰਦਿਆਂ ਦਾ ਮੇਨ ਜਿਹੜਾ ਪਰਪਸ ਹੁੰਦਾ ਹੈ ਉਹ ਹੁੰਦਾ ਹੈ ਕਿ ਅਸੀਂ
ਕੱਲਾ ਕੱਲਾ ਕੰਪੋਨੈਂਟ ਡਿਜ਼ਾਈਨ ਕਰਨਾ, ਮਤਲਬ ਅਗਰ ਇੱਕ ਆਰਸੀਸੀ ਬਿਲਡਿੰਗ ਦੇ ਵਿੱਚ ਇੱਕ ਸਾਡੇ ਕੋਲ ਬੀਮ ਹੈ ਤਾਂ ਉਸ ਬੀਮ ਵਿੱਚ ਸਰੀਆ ਕਿੰਨਾ ਪੈਣਾ, ਕੰਕਰੀਟ ਕਿਹੜੇ ਗ੍ਰੇਡ ਦਾ ਪਏਗਾ, ਕਿੰਨੇ ਡਾਇਆ ਦਾ ਸਰੀਆ ਪਏਗਾ, ਕਿੰਨੇ ਸਟਿਰਪਸ ਦੀ ਸਪੇਸਿੰਗ ਹੋਊਗੀ, ਉਹ ਸਾਰਾ ਕੁਝ। ਉਸੇ ਤਰੀਕੇ ਨਾਲ ਜਦੋਂ ਅਸੀਂ ਸਟੀਲ ਸਟਰਕਚਰ ਦੀ ਗੱਲ ਕਰਦੇ ਹਾਂ ਤੇ ਅਸੀਂ ਗੱਲ ਕਰਦੇ ਹਾਂ ਕਿ ਸਟੀਲ ਸਟਰਕਚਰ ਦੇ ਵਿੱਚ ਕਿਹੜੇ ਤਰੀਕੇ ਦਾ ਸੈਕਸ਼ਨ ਪਏਗਾ, ਆਈ ਸੈਕਸ਼ਨ, ਸੀ ਸੈਕਸ਼ਨ, ਟੀ ਸੈਕਸ਼ਨ, ਜਾਂ ਫਿਰ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਜੁਆਇਨ ਕਰਨ ਦੇ ਲਈ ਕਿਹੜਾ ਐਂਗਲ ਲੱਗੇਗਾ, ਕਿੰਨੇ ਦਾ ਬੋਲਟ ਯੂਜ਼ ਕੀਤਾ ਜਾਏਗਾ, ਕਿੰਨੇ ਬੋਲਟਸ ਲੱਗਣਗੇ, ਉਹ ਸਾਰਾ ਕੁਝ ਅਸੀਂ ਸਟੀਲ ਸਟਰਕਚਰਸ ਦੇ ਵਿੱਚ ਪੜ੍ਹਦੇ ਹਾਂ। ਸੋ ਇਹ the whole of this comes under the category of structural engineering, or structural engineering ਕਿਹਦੇ ਅੰਡਰ ਆਉਂਦੀ ਹੈ, civil engineering ਦੇ ਵਿੱਚ। ਸੋ ਆਪਾਂ ਉਹ ਕਹਿ ਸਕਦੇ ਹਾਂ। ਨੈਕਸਟ ਇਜ਼ ਸਟਰਕਚਰਲ ਇੰਜੀਨੀਅਰਿੰਗ ਦਾ ਕੰਬੀਨੇਸ਼ਨ ਕੀ ਹੈ, ਐਨਾਲਿਸਿਸ ਤੇ ਡਿਜ਼ਾਈਨ ਨੂੰ ਮਿਲਾ ਕੇ ਸਾਡਾ ਸਟਰਕਚਰਲ ਇੰਜੀਨੀਅਰਿੰਗ ਦਾ ਸਬਜੈਕਟ ਬਣਦਾ। ਸੋ ਨਾਓ ਹੁਣ ਅਸੀਂ ਗੱਲ ਕਰ ਰਹੇ ਹਾਂ ਸੀ ਐਤਕੀ ਸਟੀਲ ਸਟਰਕਚਰਸ ਡਿਜ਼ਾਈਨ ਪੜ੍ਹਨਾ। ਸੋ ਵਾਈ ਸਟੀਲ ਇਜ਼ ਯੂਜ਼ਡ ਐਜ਼ ਏ ਸਟਰਕਚਰਲ ਮਟੀਰੀਅਲ, ਮਤਲਬ ਅਸੀਂ ਜਦੋਂ ਹੁਣ ਬਿਲਡਿੰਗ ਬਣਾਣੀ ਅਸੀਂ ਸਟੀਲ ਹੀ ਕਿਉਂ ਯੂਜ਼ ਕੀਤੀ, ਪਿਛਲੀ ਵਾਰੀ ਕੰਕਰੀਟ ਯੂਜ਼ ਕੀਤੀ ਸੀ ਲਾਸਟ ਸਮੈਸਟਰ, ਸੋ ਐਤਕੀ ਅਸੀਂ ਸਟੀਲ ਕਿਉਂ ਯੂਜ਼ ਕਰ ਰਹੇ ਹਾਂ, ਦੈਟ ਮੀਨਸ ਉਹਦੇ ਕੁਝ ਬੈਨੀਫਿਟਸ ਹੋਣਗੇ। ਸੋ the very first is it has high strength to weight ratio is high। ਤਾਂ ਇਹਦਾ ਮਤਲਬ strength to weight ratio ਦਾ high ਦਾ ਮਤਲਬ ਕੀ ਹੁੰਦਾ ਆ ਕਿ let's say ਮੈਂ ਇੱਕ ਐਗਜ਼ਾਮਪਲ ਲੈ ਲੈਣਾ, strength divided by weight ਸਟੀਲ ਦੀ is equal to 100 ਲੈ ਲੈਣੀ ਕੋਈ ਵੀ ਇੱਕ ਵੈਲਿਊ। ਸੋ ਇਹਦਾ ਮਤਲਬ ਕਿ ਅਗਰ ਮੈਂ weight ਇੱਧਰ ਲੈ ਜਾਵਾਂ, that means ਮੇਰੇ ਸਟੀਲ ਦੀ ਜਿਹੜੀ strength ਹੈ ਉਹ ਖੁਦ ਦੇ weight ਨਾਲੋਂ 100 ਟਾਈਮਸ ਜ਼ਿਆਦਾ ਆ। ਦੈਟ ਮੀਨਸ ਉਹ ਆਪਣੇ ਭਾਰ ਨਾਲੋਂ 100 ਗੁਣਾ ਜ਼ਿਆਦਾ ਚੱਕ ਸਕਦਾ। ਸੋ ਹਾਈ ਸਟਰੈਂਥ ਟੂ weight ਰੇਸ਼ੋ ਮਤਲਬ ਆਪਣੇ ਭਾਰ ਦੇ ਕੰਪੈਰੀਟਿਵਲੀ ਉਹਦੀ ਜਿਹੜੀ ਸਟਰੈਂਥ ਹੈ ਉਹ ਬਹੁਤ ਜ਼ਿਆਦਾ ਹਾਈ ਆ। ਸੋ ਇਹਦਾ ਮਤਲਬ ਇਹ ਕੀ ਹੋਇਆ, ਇਹਦੇ ਨਾਲ ਸਾਨੂੰ ਕੀ ਫਰਕ ਪੈਂਦਾ ਕਿ ਆਪਣਾ weight ਦੇ ਅਕੋਰਡਿੰਗਲੀ ਉਹ 100 ਗੁਣਾ ਚੱਕ ਸਕਦਾ। ਦੈਟ ਮੀਨਸ ਕਿ ਸਾਨੂੰ ਬਹੁਤ ਛੋਟੇ ਸੈਕਸ਼ਨਸ ਚਾਹੀਦੇ ਹੋਣਗੇ ਤਾਂ ਜੋ ਅਸੀਂ ਵੱਧ ਭਾਰ ਚੱਕ ਸਕੀਏ। ਜਿਵੇਂ ਆਰਸੀਸੀ ਦੇ ਵਿੱਚ ਮੰਨ ਲਓ ਜੇ ਬਹੁਤ ਜ਼ਿਆਦਾ ਲੋਡ ਚੱਕਣਾ ਤਾਂ ਸੈਕਸ਼ਨ ਕਈ ਵਾਰੀ ਬਹੁਤ ਵੱਡਾ ਆ ਜਾਂਦਾ। ਸੋ ਸਟੀਲ ਦੇ ਵਿੱਚ ਕੀ ਆ, ਓਨਾ ਹੀ ਲੋਡ ਚੱਕਣ ਦੇ ਲਈ ਸਾਨੂੰ ਜਿਹੜਾ ਸੈਕਸ਼ਨ ਆ ਉਹ ਛੋਟਾ ਯੂਜ਼ ਕਰ ਲੈਂਦੇ ਆ। ਦੂਸਰਾ, ਸਟੀਲ ਕੈਨ ਬੀ ਹੈਂਡਲਡ ਐਂਡ ਟਰਾਂਸਪੋਰਟਡ ਈਜ਼ੀਲੀ, ਉਹਨੂੰ ਈਜ਼ੀਲੀ ਅਸੀਂ ਕਿਤੇ ਵੀ ਲੈ ਕੇ ਜਾ ਸਕਦੇ ਹਾਂ। ਸੋ ਕਿਸੇ ਵੀ ਤਰੀਕੇ ਨਾਲ ਪਲੇਸ ਕਰ ਸਕਦੇ ਹਾਂ। ਅਗਰ ਸਟੀਲ ਨੂੰ ਮੇਨਟੇਨ ਕੀਤਾ ਜਾਵੇ, ਮਤਲਬ ਉਹਦੀ ਪ੍ਰੋਪਰ ਪੇਂਟਿੰਗ, ਐਂਟੀ ਕਰੋਸਿਵ ਮਟੀਰੀਅਲ ਲਗਾ ਦਿੱਤਾ ਜਾਵੇ ਤਾਂ ਜੋ ਉਹ ਕਰੋਜਨ ਨਾ ਹੋਵੇ ਉਹਨੂੰ ਜਦੋਂ ਉਹ ਐਟਮੋਸਫੀਅਰ ਨੂੰ ਐਕਸਪੋਜ਼ ਹੁੰਦਾ ਆ, ਸੋ ਉਹਦੀ ਲਾਈਫ ਜਿਹੜੀ ਆ ਬਹੁਤ ਲੌਂਗ ਆ। ਉਸ ਤੋਂ ਬਾਅਦ ਸਟੀਲ ਸਟਰਕਚਰਸ ਕੈਨ ਬੀ ਇਰੈਕਟਡ ਐਟ ਫਾਸਟਰ ਰੇਟ। ਇਰੈਕਟਡ ਮਤਲਬ ਕਿ ਜਦੋਂ ਸਾਡੇ ਕੋਲ ਇੱਕ ਸਟੀਲ ਦਾ ਸਟਰਕਚਰ ਹੈ, ਅਸੀਂ ਸਪੋਜ਼ ਕਨੈਕਸ਼ਨਸ ਕਰ ਲਏ, ਹੁਣ ਅਸੀਂ ਉਹਨੂੰ ਪਲੇਸ ਕਰਨਾ ਆ। ਸਪੋਜ਼ ਇੱਕ ਬ੍ਰਿਜ ਬਣਿਆ, ਰਾਈਟ, ਜਾਂ ਬ੍ਰਿਜ ਦੇ 2-3 ਕੰਪੋਨੈਂਟਸ ਬਣੇ ਤੇ ਉਹ ਕੰਪੋਨੈਂਟਸ ਫੈਕਟਰੀ ਦੇ ਵਿੱਚ ਬਣੇ, ਤਾਂ ਉਹਨੂੰ ਚੱਕ ਕੇ ਲਿਆ ਕੇ ਅਸੀਂ ਜਦੋਂ ਖੜਾ ਕਰਨਾ ਆ ਉਹ ਸਟਰਕਚਰ, ਤਾਂ ਉਹ ਜਿਹੜਾ ਆ ਆਰਸੀਸੀ ਸਟਰਕਚਰ ਨਾਲੋਂ ਛੇਤੀ ਹੋ ਜਾਂਦਾ, ਕਿਉਂਕਿ ਆਰਸੀਸੀ ਦੇ ਵਿੱਚ ਸਾਨੂੰ ਕਾਲਮਸ ਪਾਣੇ ਪੈਂਦੇ, ਬੀਮਸ ਪਾਣੇ ਪੈਂਦੇ, ਉਹਨਾਂ ਦੇ ਲਈ ਸਭ ਤੋਂ ਪਹਿਲਾਂ ਕੰਕਰੀਟ ਪਾ ਕੇ ਸਾਨੂੰ ਵੇਟ ਕਰਨੀ ਪੈਂਦੀ ਹੈ, ਫਿਰ ਕਿਉਰਿੰਗ ਕਰਨੀ ਪੈਂਦੀ ਹੈ, ਉਹ ਸਾਰਾ ਪ੍ਰੋਸੀਜਰ ਲੰਬਾ ਹੁੰਦਾ ਆ। ਸਟੀਲ ਸਟਰਕਚਰਸ ਦੇ ਵਿੱਚੋਂ ਛੇਤੀ ਹੋ ਜਾਂਦਾ। ਨੈਕਸਟ ਇਜ਼ ਐਜ਼ ਸਟੀਲ ਇਜ਼ ਅ ਡਕਟਾਈਲ ਮਟੀਰੀਅਲ ਇਟ ਡਜ਼ ਨਾਟ ਫੇਲ ਸਡਨਲੀ। ਡਕਟਾਈਲ ਮਟੀਰੀਅਲ ਦਾ ਮਤਲਬ ਉਹ ਮਟੀਰੀਅਲ ਜਿਹੜਾ ਕਿ ਫੇਲ ਹੋਣ ਤੋਂ ਪਹਿਲਾਂ, ਬੇਸਿਕਲੀ ਡਕਟਾਈਲ ਮਟੀਰੀਅਲ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਹ ਹੈ ਜਿਹੜਾ ਕਿ ਵਾਇਰਸ ਦੇ ਵਿੱਚ ਡਰਾਨ ਹੋ ਜਾਵੇ, ਮਤਲਬ ਜਿਹਨੂੰ ਅਸੀਂ ਵਾਇਰਸ ਦੇ ਵਿੱਚ ਕਨਵਰਟ ਕਰ ਸਕੀਏ, ਪਤਲੀਆਂ ਪਤਲੀਆਂ ਵਾਇਰਸ ਬਣਾ ਸਕੀਏ। ਸੋ ਸਟੀਲ ਡਕਟਾਈਲ ਮਟੀਰੀਅਲ ਹੈ, ਦੈਟ ਮੀਨਸ ਕਿ ਲੋਡ ਪੈਣ ਦੇ ਉੱਤੇ ਸਟੀਲ, ਅਗਰ ਲੋਡ ਬਹੁਤ ਜ਼ਿਆਦਾ ਵੱਧ ਰਿਹਾ ਤਾਂ ਸਟੀਲ ਇੱਕਦਮ ਟੁੱਟ ਕੇ ਨਹੀਂ ਡਿੱਗ ਪਏਗਾ। ਉਹ ਕੀ ਹੈ, ਸਭ ਤੋਂ ਪਹਿਲਾਂ ਜਿਵੇਂ ਇਲਾਸਟਿਕ ਨੇਚਰ ਬਿਹੇਵ ਕਰਦਾ ਹੁੰਦਾ, ਜਿਵੇਂ ਸਾਡੀ ਰਬੜ ਬੈਂਡ ਬਿਹੇਵ ਕਰਦੀ ਹੈ, ਕਿ ਉਹ ਸਭ ਤੋਂ ਪਹਿਲਾਂ ਫੇਲ ਹੋਣ ਤੋਂ ਪਹਿਲਾਂ ਕੁਝ ਡਿਫਲੈਕਸ਼ਨ ਦਿਖਾਏਗੀ, ਬਹੁਤ ਜ਼ਿਆਦਾ ਡਿਫਲੈਕਸ਼ਨ ਦਿਖਾਏਗੀ। ਜਦੋਂ ਸਾਨੂੰ ਪਤਾ ਲੱਗ ਗਿਆ ਕਿ ਬੀਮ ਬਹੁਤ ਜ਼ਿਆਦਾ ਵੈਂਡ ਹੋ ਗਿਆ, ਦੈਟ ਮੀਨਸ ਇਟ ਇਜ਼ ਗੋਇੰਗ ਟੂ ਫੇਲ, ਤੇ ਆਪਾਂ ਨੂੰ ਵਾਰਨਿੰਗ ਦੇ ਵਿੱਚ ਸਾਨੂੰ ਉਹ ਪਹਿਲਾਂ ਵਾਰਨਿੰਗ ਦੇ ਦੂਗਾ, ਜਿਹਦੇ ਕਰਕੇ ਕਿ ਅਗਰ ਬਿਲਡਿੰਗ ਦੇ ਵਿੱਚ ਕੋਈ ਬੰਦੇ ਹੈਗੇ ਨੇ ਸੋ ਉਹ ਬਿਲਡਿੰਗ ਦੇ ਵਿੱਚੋਂ ਬਾਹਰ ਚਲੇ ਜਾਣ ਤਾਂ ਜੋ ਬੰਦਿਆਂ ਦਾ ਨੁਕਸਾਨ ਨਾ ਹੋਵੇ। ਨੈਕਸਟ ਇਜ਼ ਡੈਂਸਿਟੀ ਆਫ ਸਟੀਲ ਇਜ਼ ਵੈਰੀ ਮਚ, ਇਟ ਇਜ਼ ਵਾਟਰ ਐਂਡ ਏਅਰ ਟਾਈਟ। ਆਪਾਂ ਬਹੁਤ ਵਾਰੀ ਦੇਖਦੇ ਹਾਂ ਆਇਲ ਟੈਂਕਰਸ ਜਾਂਦੇ ਨੇ ਜਾਂ ਫਿਰ ਗੈਸਿਸ ਆ ਜਿਹੜੀਆਂ ਬਹੁਤ ਜ਼ਿਆਦਾ ਉਹ ਵਾਟਰ ਸਟੀਲ ਟੈਂਕਸ ਦੇ ਵਿੱਚ ਰੱਖੀਆਂ ਜਾਂਦੀਆਂ ਨੇ, ਰਾਈਟ। ਸੋ ਉਹ ਉਹਦਾ ਰੀਜ਼ਨ ਕੀ ਆ, ਦੈਟ ਸਾਡੇ ਸਟੀਲ ਦੀ ਡੈਂਸਿਟੀ ਬਹੁਤ ਜ਼ਿਆਦਾ ਹੈ। ਡੈਂਸਿਟੀ ਮਤਲਬ ਉਹ ਸਟੀਲ ਦੇ ਪਾਰਟੀਕਲਸ ਆਪਸ ਦੇ ਵਿੱਚ ਇੰਨੇ ਜ਼ਿਆਦਾ ਜੁੜੇ ਪਏ ਨੇ ਕਿ ਉਹ ਆਪਣੇ ਪਾਰਟੀਕਲਸ ਦੇ ਵਿੱਚੋਂ ਉਹ ਆਪਣੇ ਵਿੱਚੋਂ ਕਿਸੇ ਨੂੰ ਪਾਸ ਨਹੀਂ ਹੋਣ ਦਿੰਦੇ, ਚਾਹੇ ਉਹ ਵਾਟਰ ਹੋਵੇ ਚਾਹੇ ਉਹ ਏਅਰ ਹੋਵੇ।
So steel ਦੀ ਜਿਹੜੀ density ਹੈ it is 7850 kg per cubic meter. So this is the density of steel. So next is additions and alterations can be easily made in steel structure. Suppose steel ਦਾ ਇੱਕ structure ਹੈ 1 2 3 4 5 6 so ਆ ਸਾਡੇ ਕੋਲੋਂ truss ਹੈ। ਸੋ ਇਸ ਟਰਸ ਦੇ ਵਿੱਚ ਮੰਨ ਲਓ ਸਾਡਾ ਇੱਕ ਮੈਂਬਰ ਦਿਸ ਮੈਂਬਰ ਆਈ ਮੈਂਬਰ ਖਰਾਬ ਹੋ ਗਿਆ। ਸੋ ਅਸੀਂ ਸਾਨੂੰ ਸਾਰਾ ਸਟਰਕਚਰ ਨਹੀਂ ਤੋੜਨਾ ਪੈਣਾ, ਅਸੀਂ ਕੀ ਕਰਾਂਗੇ ਉਹਦੇ ਵਿੱਚੋਂ ਬੋਲਟਸ ਖੋਲ ਕੇ ਉਹ ਮੈਂਬਰ ਰਿਮੂਵ ਕਰ ਦੇਵਾਂਗੇ ਔਰ ਰਿਮੂਵ ਕਰਨ ਤੋਂ ਬਾਅਦ ਉੱਥੇ ਨਵਾਂ ਮੈਂਬਰ ਲਗਾ ਦੇਵਾਂਗੇ। ਇਹਨੂੰ ਅਸੀਂ ਕਹਿੰਦੇ ਆ ਆਲਟਰੇਸ਼ਨ। ਐਡੀਸ਼ਨ ਮਤਲਬ ਹੈ ਸਪੋਜ਼ ਅਸੀਂ ਚਾਹੁੰਦੇ ਹਾਂ ਕਿ ਇਹ ਇਸੇ ਬ੍ਰਿਜ ਨੂੰ ਥੋੜਾ ਜਿਹਾ ਅੱਗੇ ਐਕਸਟੈਂਡ ਕਰਨਾ ਤੇ ਅਸੀਂ ਹੋਰ ਐਡੀਸ਼ਨਸ ਕਰ ਸਕਦੇ ਹਾਂ। ਸੋ ਜਦੋਂ ਹੋਰ ਮੈਂਬਰਸ ਲਗਾਣੇ ਹੋਣ that is called additions, ਅਗਰ ਲੱਗੇ ਹੋਏ ਮੈਂਬਰਸ ਨੂੰ ਚੇਂਜ ਕਰਨਾ ਹੋਵੇ that is called alteration। ਸਪੋਜ਼ ਸਾਡੇ ਕੋਲ ਸਾਡਾ ਸਟੀਲ ਦਾ ਮੈਂਬਰ ਜਿਹੜਾ ਹੈ ਉਹ ਖਰਾਬ ਹੋ ਗਿਆ ਔਰ ਉਹ ਮੈਂਬਰ ਖਰਾਬ ਹੋਣ ਤੋਂ ਬਾਅਦ ਉਹ ਹੁਣ ਜਿਹੜਾ ਸਪੋਜ਼ ਇੱਕ ਬ੍ਰਿਜ ਦੀ ਹੀ ਐਗਜ਼ਾਮਪਲ ਲੈ ਲਾਂਗੇ ਕਿ ਬ੍ਰਿਜ ਦੇ ਉੱਤੇ ਲੋਡ ਪੈਣ ਦੇ ਨਾਲ ਉਹ ਬ੍ਰਿਜ ਹੁਣ ਵਰਕਿੰਗ ਕੰਡੀਸ਼ਨ ਦੇ ਵਿੱਚ ਨਹੀਂ ਰਿਹਾ, ਤਾਂ ਉਸ ਤੋਂ ਬਾਅਦ ਅਗਰ ਅਸੀਂ ਉਹਨੂੰ ਡਿਸਮੈਂਟਲ ਕਰਕੇ ਮਤਲਬ ਉਹਦਾ ਕੱਲਾ ਕੱਲਾ ਕੰਪੋਨੈਂਟ ਅਲੱਗ ਕਰਕੇ ਜੇ ਅਸੀਂ ਉਹਨੂੰ ਵੇਚੀਏ ਤਾਂ ਉਹਦੇ ਤੋਂ ਸਾਨੂੰ ਬਹੁਤ ਵਧੀਆ ਪੈਸਾ ਮਿਲ ਜਾਂਦਾ। ਦੈਟ ਮੀਨਸ ਉਸ ਵੈਲਿਊ ਨੂੰ ਉਸ ਪੈਸੇ ਨੂੰ ਅਸੀਂ ਕਹਿੰਦੇ ਸਕ੍ਰੈਪ ਵੈਲਿਊ। ਸਕ੍ਰੈਪ ਵੈਲਿਊ ਮੀਨਸ ਜਦੋਂ ਕੋਈ ਚੀਜ਼ ਕੰਮ ਦੀ ਨਾ ਹੋਵੇ ਪਰ ਫਿਰ ਵੀ ਉਹਦਾ ਸਾਨੂੰ ਕੁਛ ਨਾ ਕੁਛ ਵੈਲਿਊ ਕੁਛ ਨਾ ਕੁਛ ਅਮਾਉਂਟ ਮਿਲ ਜਾਵੇ ਦੈਟ ਇਜ਼ ਕਾਲਡ ਸਕ੍ਰੈਪ ਵੈਲਿਊ। ਸੋ ਜਾਂ ਜਿਹਨੂੰ ਰੀਸੇਲ ਵੈਲਿਊ ਕਹਿੰਦੇ ਆ। ਸੋ ਸਾਡੇ ਸਟੀਲ ਦੀ ਜਿਹੜੀ ਸਕ੍ਰੈਪ ਵੈਲਿਊ ਉਹ ਬਹੁਤ ਜ਼ਿਆਦਾ। ਤੁਹਾਨੂੰ ਪਤਾ ਜਦੋਂ ਅਸੀਂ ਕੰਕਰੀਟ ਨੂੰ ਤੋੜਦੇ ਆ ਤਾਂ ਉਹਦੇ ਵਿੱਚੋਂ ਜਿਹੜਾ ਮਾੜਾ ਮੋਟਾ ਸਰੀਆ ਨਿਕਲਦਾ ਸਿਰਫ ਉਹੀ ਵਿਕਦਾ ਆ ਔਰ ਬਾਕੀ ਸਾਰਾ ਕੰਕਰੀਟ ਤਾਂ ਵੇਸਟ ਹੋ ਜਾਂਦਾ। ਦੈਟਸ ਵਾਈ ਸਟੀਲ ਦੀ ਜਿਹੜੀ ਰੀਸੇਲ ਵੈਲਿਊ ਆ ਹਾਈ ਆ, ਪਰ ਐਟ ਦ ਸੇਮ ਟਾਈਮ ਸਟੀਲ ਸ਼ੁਰੂ ਦੇ ਵਿੱਚ ਕਾਸਟ ਜ਼ਿਆਦਾ ਲੈ ਲੈਂਦਾ ਕੰਕਰੀਟ ਸਟਰਕਚਰਸ ਨਾਲੋਂ। ਸੋ ਇਟ ਇਜ਼ ਐਨ ਈਕੋ ਫ੍ਰੈਂਡਲੀ ਮਟੀਰੀਅਲ। ਇਹ ਸਾਡੇ ਐਟਮੋਸਫੇਅਰ ਨੂੰ ਜਾਂ ਇਨਵਾਇਰਨਮੈਂਟ ਨੂੰ ਕੁਝ ਖਰਾਬੀ ਨਹੀਂ ਪਹੁੰਚਾਉਂਦਾ। ਸੋ ਨੈਕਸਟ ਇਜ਼ ਡਿਸਐਡਵਾਂਟੇजेस। ਇਨੀਸ਼ੀਅਲ ਕਾਸਟ ਇਜ਼ ਵੈਰੀ ਹਾਈ। ਜਿਹੜੀ ਸਟਾਰਟਿੰਗ ਦੇ ਉੱਤੇ ਅਸੀਂ ਕਾਸਟ ਚਲਾਣੀ ਆ ਉਹ ਬਹੁਤ ਜ਼ਿਆਦਾ। ਓਬਵੀਅਸਲੀ ਸਟੀਲ ਜਿਹੜਾ ਮਹਿੰਗਾ ਹੈ। ਦੂਸਰਾ ਕਰੋਜਨ ਦਾ ਜਿਹੜਾ ਹੈ ਚਾਂਸਸ ਹੁੰਦੇ ਨੇ ਦੈਟਸ ਵਾਈ ਸਾਨੂੰ ਉਹਦੇ ਲਈ ਉਹਦੇ ਉੱਤੇ ਪੇਂਟਸ ਵਗੈਰਾ ਜਾਂ ਐਂਟੀ ਕਰੋਸਿਵ ਮਟੀਰੀਅਲਸ ਲਗਾਉਣੇ ਪੈਂਦੇ ਨੇ। ਜਦੋਂ ਸਾਡੇ ਸਟੀਲ ਦੇ ਉੱਤੇ ਸਾਈਕਲਿਕ ਲੋਡਿੰਗ ਆਉਂਦੀ ਹੈ, ਸਾਈਕਲਿਕ ਲੋਡਿੰਗ ਮਤਲਬ ਟਾਈਮ ਟੂ ਟਾਈਮ ਜਿਹੜੀ ਲੋਡਿੰਗ ਹੋਈ ਜਾਣੀ ਹੈ ਹਟ ਜਾਣੀ ਹੋਈ ਜਾਣੀ ਹੈ ਹਟ ਜਾਣੀ ਦੈਟ ਇਜ਼ ਕਾਲਡ ਸਾਈਕਲਿਕ ਲੋਡਿੰਗ। ਠੀਕ ਹੈ, ਜਿਵੇਂ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ ਕੋਈ ਮਸ਼ੀਨ ਜਿਹੜਾ ਇੰਪੈਕਟ ਲੋਡ ਪਾਉਂਦੀ ਹੋਵੇ। ਸੋ ਉਹਦੇ ਕਰਕੇ ਸਟੀਲ ਦੇ ਵਿੱਚ ਫਟੀਗ ਡਿਵੈਲਪ ਹੋ ਜਾਂਦੀ ਹੈ ਜਿਹਦੇ ਕਰਕੇ ਕਿ ਸਟੀਲ ਦੇ ਵਿੱਚ ਸਮਟਾਈਮਸ ਅੰਦਰ ਵਾਲੇ ਪਾਸੇ ਸਟੀਲ ਦੇ ਮੈਂਬਰ ਦੇ ਅੰਦਰ ਫਾਈਨ ਕ੍ਰੈਕਸ ਡਿਵੈਲਪ ਹੋ ਜਾਂਦੇ ਨੇ ਜਿਹਦੇ ਕਰਕੇ ਕਿ ਸਟੀਲ ਦੀ ਸਟਰੈਂਥ ਰਿਡਿਊਸ ਹੋ ਜਾਂਦੀ ਆ। ਨੈਕਸਟ ਪੁਆਇੰਟ ਇਜ਼ ਸਟੀਲ ਸਟਰਕਚਰ ਡਿਜ਼ਾਈਨ ਦੇ ਵਿੱਚ ਜਿਵੇਂ ਆਰਸੀਸੀ ਦੇ ਵਿੱਚ ਸਾਡੇ ਸਟਰਕਚਰਲ ਡਿਜ਼ਾਈਨਰ ਦੇ ਕੋਲ ਬਹੁਤ ਆਪਸ਼ਨਸ ਹੁੰਦੇ ਨੇ ਕਿ ਉਹ ਰੈਕਟੈਂਗਲ ਦੀ ਥਾਂ ਤੇ ਟ੍ਰੈਪੇਜ਼ੋਇਡਲ ਸੈਕਸ਼ਨ ਵੀ ਪਾ ਸਕਦਾ ਹੈ, ਉਹ ਟ੍ਰਾਇੰਗੂਲਰ ਸੈਕਸ਼ਨ ਵੀ ਯੂਜ਼ ਕਰ ਸਕਦਾ, ਉਹ ਸਰਕੂਲਰ ਸੈਕਸ਼ਨ ਵੀ ਯੂਜ਼ ਕਰਦਾ, ਉਹ ਰੈਕਟੈਂਗੂਲਰ ਸੈਕਸ਼ਨ ਵੀ ਯੂਜ਼ ਕਰ ਸਕਦਾ। ਪਰ ਸਟੀਲ ਸਟਰਕਚਰਸ ਦੇ ਵਿੱਚ ਸਾਡੇ ਕੋਲੋਂ ਇੰਡੀਅਨ ਸਟੈਂਡਰਡਸ ਨੇ ਕੁਝ ਸੈਕਸ਼ਨਸ ਦਿੱਤੇ ਹੋਏ ਨੇ ਜਿਹੜੇ ਕਿ ਲੋਡ ਚੱਕਣ ਦੇ ਲਈ ਓਕੇ ਨੇ। ਸੋ ਜਿਹੜੇ ਮਾਰਕੀਟ ਦੇ ਵਿੱਚ ਸਾਡੇ ਸੈਕਸ਼ਨਸ ਅਵੇਲੇਬਲ ਨੇ ਸਾਨੂੰ ਉਹਨਾਂ ਸੈਕਸ਼ਨਸ ਨੂੰ ਹੀ ਯੂਜ਼ ਕਰਨਾ ਪੈਂਦਾ ਸਟਰਕਚਰ ਡਿਜ਼ਾਈਨ ਕਰਨ ਦੇ ਲਈ। ਸੋ ਇੱਕ ਸਟਰਕਚਰਲ ਇੰਜੀਨੀਅਰ ਦੇ ਕੋਲ ਬਹੁਤ ਜ਼ਿਆਦਾ ਆਪਸ਼ਨਸ ਨਹੀਂ ਹੁੰਦੇ, ਉਹਨਾਂ ਦੇ ਕੋਲੋਂ ਸਿਰਫ ਕੁਛ ਨਾ ਕੁਛ ਸੈਕਸ਼ਨਸ ਹੀ ਹੁੰਦੇ ਆ ਜਿਹੜੇ ਕਿ ਉਹ ਲੋਡ ਚੱਕਣ ਦੇ ਲਈ ਪਾ ਸਕਦੇ ਆ। ਸੋ ਦੈਟਸ ਵਾਈ ਇਹ ਰਿਸਟ੍ਰਿਕਸ਼ਨ ਹੁੰਦੀ ਆ। ਆਰਸੀਸੀ ਵਿੱਚ ਸਾਡੀ ਮਰਜ਼ੀ ਅਸੀਂ ਕੋਈ ਵੀ ਸ਼ੇਪ ਦੇ ਸਕਦੇ ਹਾਂ ਔਰ ਸਟੀਲ ਸਟਰਕਚਰਸ ਨੂੰ ਫਾਇਰ ਪ੍ਰੂਫ ਟ੍ਰੀਟਮੈਂਟ ਚਾਹੀਦਾ ਹੁੰਦਾ ਜਿਹਦੇ ਕਰਕੇ ਕਾਸਟ ਇਨਕਰੀਜ਼ ਹੋ ਜਾਂਦੀ ਆ। So these are the some of the disadvantages, right? So as we know that steel ਦੇ ਫਾਇਦੇ ਬਹੁਤ ਜ਼ਿਆਦਾ ਹੈ ਇਸ ਕਰਕੇ ਅਸੀਂ ਸਟੀਲ ਸਟਰਕਚਰ ਯੂਜ਼ ਕਰਦੇ ਹਾਂ। ਬਟ ਇੰਡੀਆ ਦੇ ਵਿੱਚ ਸਾਨੂੰ ਪਤਾ ਅਸੀਂ ਬਹੁਤੇ ਜ਼ਿਆਦਾ ਸਟੀਲ ਸਟਰਕਚਰਸ ਨਹੀਂ ਦੇਖਦੇ। ਉਹਦਾ ਰੀਜ਼ਨ ਸਿਰਫ ਇਹ ਹੁੰਦਾ ਆ ਕਿ ਸਾਡੇ ਕੋਲੋਂ ਜਿਹੜਾ ਸਟੀਲ ਆ ਇਨੀਸ਼ੀਅਲ ਕਾਸਟ ਉਹਦੀ ਬਹੁਤ ਜ਼ਿਆਦਾ ਹਾਈ ਹੁੰਦੀ ਹੈ ਦੈਟਸ ਵਾਈ ਅਸੀਂ ਨਹੀਂ ਯੂਜ਼ ਕਰਦੇ। ਨੈਕਸਟ ਇਜ਼ ਅਸੀਂ ਬਹੁਤ ਤਰੀਕੇ ਦੇ ਸਟੀਲ ਸਟਰਕਚਰਸ ਦੇਖੇ ਨੇ। ਸੋ ਇੱਕ ਵਿਊ ਲੈ ਲਈਏ ਸਾਰਿਆਂ ਦਾ। ਦਿਸ ਟਾਈਪ ਆਫ ਸਟੀਲ ਸਟਰਕਚਰ ਇਜ਼ ਕਾਲਡ ਇੰਡਸਟਰੀਅਲ ਬਿਲਡਿੰਗ ਜਾਂ ਸ਼ੈਡ। ਇਹਦੇ ਉੱਪਰ ਰੂਫ ਕਵਰਿੰਗ ਮਟੀਰੀਅਲ ਪੈਂਦਾ ਔਰ ਆ ਜਿਹੜੀ ਸਾਡੇ ਕੋਲ ਪੂਰੀ ਫੁੱਲ ਫਲੈਜ ਬਣੀ ਹੋਈ ਹੈ ਦਿਸ ਟ੍ਰਾਇੰਗੂਲਰ ਫੁੱਲ ਪੋਰਸ਼ਨ ਇਜ਼ ਕਾਲਡ ਟਰਸ including these members। ਇਹ ਸਾਰੀ ਦੀ ਸਾਰੀ it is called truss।
सो नेक्स्ट इज ए फ्रेम्ड बिल्डिंग है जिहदे विच बीम से कॉलम का कंबीनेशन करके बिल्डिंग बनाई जा रही है। सो इहदे विच दिस इज आर beams, these are columns, और ਇਹਦੇ ਉੱਤੇ ਤੁਸੀਂ ਦੇਖੋਗੇ ਸ਼ੀਟ ਪਈ ਹੈ, that is your floor, steel ਦਾ floor। next is pylon or transmission towers, ਜੋ ਅਸੀਂ ਹਰ ਥਾਂ ਦੇ ਉੱਤੇ ਦੇਖਦੇ ਹਾਂ ਜਿੱਥੇ ਕਿ ਤਾਰਾਂ ਪਈਆਂ ਹੁੰਦੀਆਂ ਨੇ। these that structures are called transmission towers or pylons। next is overhead water tanks, ਇਹ ਵੀ steel structures ਦੇ steel ਦੇ ਬਣ ਸਕਦੇ ਆ। ਫੁੱਟ ਬ੍ਰਿਜਸ ਤੁਸੀਂ ਕਾਫੀ ਵਾਰੀ ਦੇਖਿਆ ਹੋਏਗਾ ਕਾਫੀ ਥਾਵਾਂ ਦੇ ਉੱਤੇ ਕਿ ਫੁੱਟ ਬ੍ਰਿਜਸ ਟਰਸ ਦੇ ਬਣੇ ਹੋਏ ਨੇ। ਨੈਕਸਟ ਇਜ਼ ਰੇਲਵੇ ਬ੍ਰਿਜ, ਸਟੀਲ ਦਾ ਟਰਸ ਰੇਲਵੇ ਬ੍ਰਿਜ। ਨੈਕਸਟ ਇਜ਼ ਸਟੀਲ ਚਿਮਨੀਜ਼। ਸੋ ਇਹ ਸਾਰੇ ਸੋ ਨੈਕਸਟ ਆਪਣੇ ਕੋਲ ਆ ਗਿਆ ਸਾਡੇ ਸਟਰਕਚਰਲ ਸਟੀਲ ਦੀਆਂ ਫਿਜ਼ੀਕਲ ਪ੍ਰੋਪਰਟੀਜ਼। ਯੂਨਿਟ ਮਾਸ ਆਫ ਸਟੀਲ, ਜਾਂ ਜਿਹਨੂੰ ਯੂਨਿਟ ਮਾਸ ਨੂੰ ਤੁਸੀਂ ਡੈਂਸਿਟੀ ਵੀ ਕਹਿੰਦੇ ਹੋ। ਸੋ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ, ਡੈਂਸਿਟੀ ਆਫ ਸਟੀਲ ਇਜ਼ ਵੈਰੀ ਹਾਈ ਐਜ਼ ਕੰਪੇਅਰ ਟੂ ਆਰਸੀਸੀ। ਆਰਸੀਸੀ ਦੀ ਹੁੰਦੀ ਹੈ ਅਪਰੋਕਸੀਮੇਟਲੀ 2500 kg per cubic meter ਔਰ ਸਟੀਲ ਦੀ 7850। Young's modulus of elasticity 2 into 10 raised to power 5 megapascals or Newton per square mm. Poisson's ratio 0.3. Modulus of rigidity, which is also called shear modulus. And next is coefficient of thermal expansion, which is approximately equals to 12 into 10 raised to power minus 6 per degree Celsius. So ये सारे थोनों properties याद करन दी लोड़ नहीं। These all properties are given in your code, that is IS 800 model 2007. So IS 800 2007 ਦੇ ਵਿੱਚ ਤੁਹਾਨੂੰ ਇਹ ਸਾਰਾ ਦਿੱਤਾ ਹੋਇਆ, and it is in clause 2.2.4.1 on page number 12. So IS code ਦੇ page number 12 ਦੇ ਉੱਤੇ 2.2.4.1 clause ਦੇ ਵਿੱਚ ਇਹ mention ਕੀਤਾ ਹੋਇਆ ਹੈ। So next is mechanical properties of structural steel. So structural steel ਦੀਆਂ ਚਾਰ principal mechanical properties ਨੇ: yield stress, ultimate stress, percentage elongation and notch toughness। so ਇਹ ਚਾਰ properties ਨੇ। ਇਹਨਾਂ ਸਾਡੇ ਲਈ ਜਿਹੜਾ main ਮਕਸਦ ਹੈ ਸਾਡਾ design ਦੇ ਵਿੱਚ ਜਿਹੜਾ use ਹੋਣਾ, one is yield stress and another is ultimate stress। so these two stresses we will be considering। ਅਗਰ FE 410 grade ਦਾ steel ਹੈ ਤਾਂ ਉਹਦੀ ਜਿਹੜੀ ultimate strength ਹੋਏਗੀ that is 410 Newton per square mm, और ओदी जेडी yield stress होएगी it is 250 Newton per square mm। so these properties are also given in code, it is given in table number 1। code ਦੇ table number 1 ਦੇ ਵਿੱਚ ਇਹ properties ਦਿੱਤੀਆਂ ਹੋਈਆਂ on page number 13, right? it is given on page number 13। ਤਾਂ ਉਹਦੇ ਵਿੱਚ ਜਿਹੜਾ 8th point ਹੈ, 8th point ਦੇ ਉੱਤੇ ਲਿਖਿਆ ਹੋਇਆ IS 2062 ਉਹਦੇ ਅੰਡਰ ਸਾਰੀਆਂ ਜਿੰਨੇ ਵੀ ਸਟੀਲ ਦੇ ਗ੍ਰੇਡਸ ਦਿੱਤੇ ਹੋਏ ਆ ਤੇ ਉਹਦੀਆਂ ਪ੍ਰੋਪਰਟੀਆਂ ਦਿੱਤੀਆਂ, ਉਹਦੀ ਯੀਲਡ ਸਟ੍ਰੈਸ ਵੀ ਦਿੱਤੀ ਆ ਤੇ ਉਹਦੀ ਅਲਟੀਮੇਟ ਸਟ੍ਰੈਸ ਵੀ ਦਿੱਤੀ ਆ। ਸੋ ਨੈਕਸਟ ਇਜ਼ ਰੋਲਡ ਸੈਕਸ਼ਨ। ਹੁਣ ਅਸੀਂ ਗੱਲ ਕੀਤੀ ਸੀ ਕਿ ਸਟੀਲ ਦੇ ਇੰਡੀਆ ਦੇ ਅਕੋਰਡਿੰਗਲੀ ਜਾਂ ਫਿਰ ਕਿਸੇ ਵੀ ਦੇਸ਼ ਦੇ ਅਕੋਰਡਿੰਗਲੀ ਸਟੀਲ ਦੇ ਸੈਕਸ਼ਨਸ ਆ ਜਿਹੜੇ ਸਟੈਂਡਰਡ ਬਣਦੇ ਨੇ। ਸੋ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? that sections are called rolled steel sections। rolled ਦਾ ਮਤਲਬ ਜਦੋਂ ਅਸੀਂ ਕਿਸੇ ਚੀਜ਼ ਨੂੰ ਆਪਣੀ ਸ਼ੇਪ ਦਿੰਨੇ ਆ, that is called rolled section, right? ਐਗਜ਼ਾਮਪਲ ਦੇ ਤੌਰ ਦੇ ਉੱਤੇ ਅਸੀਂ ਸਟੀਲ ਦਾ ਇੱਕ ਸਾਂਚਾ ਬਣਾਉਂਦੇ ਆ, ਫਾਰਮ ਵਰਕ ਬਣਾਉਂਦੇ ਆ, ਫਰੇਮ ਵਰਕ ਬਣਾਉਂਦੇ ਆ ਜਿਹਦੇ ਵਿੱਚ ਕਿ ਸਟੀਲ ਪਿਘਲਾ ਕੇ ਪਾ ਦਿੱਤਾ ਜਾਂਦਾ ਲਿਕੁਇਡ ਫਾਰਮ ਦੇ ਵਿੱਚ, ਔਰ ਉਸ ਤੋਂ ਬਾਅਦ ਉਹਨੂੰ ਠੰਡਾ ਕਰਨ ਲਈ ਰੱਖ ਦਿੱਤਾ ਜਾਂਦਾ। ਠੰਡਾ ਕਰਨ ਤੋਂ ਬਾਅਦ ਸਾਡੀ ਸ਼ੇਪਸ ਜਿਹੜੀਆਂ ਅਸੀਂ ਡਿਜ਼ਾਇਰਡ ਸ਼ੇਪਸ ਚਾਹੁੰਦੇ ਆ ਉਹ ਬਣ ਜਾਂਦੀਆਂ ਨੇ। ਸੋ ਉਹ ਸਟੈਂਡਰਡ ਸ਼ੇਪ ਸਾਨੂੰ ਮਾਰਕੀਟ ਦੇ ਵਿੱਚ ਅਵੇਲੇਬਲ ਮਿਲਦੀਆਂ। ਸੋ ਉਹ ਸਟੀਲ ਸੈਕਸ਼ਨਸ ਜਿਹੜੇ ਸਾਂਚੇ ਦੇ ਵਿੱਚ ਪਾ ਕੇ ਬਣਾਏ ਜਾਂਦੇ ਆ that are called rolled steel sections। ਸੋ ਉਹ ਦੋ ਤਰੀਕੇ ਦੇ ਹੁੰਦੇ ਆ, one are regular and another are special। ਜਦੋਂ ਕੋਈ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਹੈ ਤਾਂ ਉੱਥੇ ਜਦੋਂ ਸਪੈਸ਼ਲ ਸਟੀਲ ਦੇ ਸੈਕਸ਼ਨਸ ਬਣਾਏ ਜਾਣ ਜਿਹਦੇ ਤੋਂ ਇਲਾਵਾ ਸਾਡਾ ਸਰਦਾ ਹੀ ਨਹੀਂ ਪਿਆ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਆ ਸਪੈਸ਼ਲ ਸਟੀਲ ਸੈਕਸ਼ਨਸ।
ਅਨਲੈਸ ਅਸੀਂ ਜਿਹੜੇ ਵੀ ਯੂਜ਼ ਕਰਦੇ ਹਾਂ, ਜਿਹੜੇ ਸਾਡੇ ਆਈਐਸ ਕੋਡ ਨੇ ਸਪੈਸੀਫਾਈ ਕੀਤੇ ਉਹ ਰੈਗੂਲਰ ਨੇ, ਰੈਗੂਲਰ ਸਟੀਲ ਸੈਕਸ਼ਨਸ। ਸੋ ਉਹਦੇ ਲਈ ਆਈਐਸ ਹੈਂਡਬੁੱਕ ਨੰਬਰ 1, ਆਈਐਸ ਹੈਂਡਬੁੱਕ ਨੰਬਰ 1, ਇਸ ਬੁੱਕ ਦੇ ਵਿੱਚ ਤੁਹਾਡੇ ਕੋਲ ਸਾਰੇ ਦੇ ਸਾਰੇ ਸਟੀਲ ਦੇ ਸੈਕਸ਼ਨਸ ਪ੍ਰੋਵਾਈਡ ਕੀਤੇ ਗਏ ਨੇ, ਰਾਈਟ। ਸੋ ਤੁਸੀਂ ਆਈਐਸ ਜਿਹਨੂੰ ਇਹਨਾਂ ਨੂੰ ਅਸੀਂ ਸਟੀਲ ਟੇਬਲਸ ਵੀ ਕਹਿ ਦਿੰਦੇ ਹਾਂ। ਸੋ ਸਟੀਲ ਟੇਬਲਸ ਦੇ ਵਿੱਚ ਸਾਡੇ ਕੋਲੋਂ ਕੱਲਾ ਕੱਲਾ ਸੈਕਸ਼ਨ ਉਹਦੀਆਂ ਪ੍ਰੋਪਰਟੀਜ਼ ਮੈਂਸ਼ਨਡ ਨੇ, ਜਿਹੜੀਆਂ ਕਿ ਇੱਕ ਆਈਐਸ ਦੇ ਸੈਕਸ਼ਨ ਦੀਆਂ ਹੋਣਗੀਆਂ, ਚਾਹੇ ਉਹ ਉਹਦੀ ਥਿਕਨੈਸ ਆਫ ਫਲੈਂਜ ਹੋਵੇ, ਚਾਹੇ ਥਿਕਨੈਸ ਆਫ ਵੈਬ ਹੋਵੇ, ਚਾਹੇ ਵਿਡਥ ਆਫ ਫਲੈਂਜ ਹੋਵੇ। ਸੋ ਥੀਜ਼ ਆਰ ਆਲ ਦ ਪ੍ਰੋਪਰਟੀਜ਼, ਇਹ ਆਪਾਂ ਅੱਗੇ ਜਾ ਕੇ ਪੜਾਂਗੇ, ਰਾਈਟ। ਸੋ ਨੈਕਸਟ ਇਹ ਸਾਡੇ ਕੋਲ ਇੱਕ ਵਿਊ ਹੈ ਜਿਹਦੇ ਵਿੱਚ ਕਿ ਸਾਰੇ ਦੇ ਸਾਰੇ ਸਾਡੇ ਸਟੀਲ ਦੇ ਸੈਕਸ਼ਨਸ ਨੇ। ਮੈਂ ਮੈਂਸ਼ਨ ਕਰ ਦਿੰਦਾ, these are angle sections, channel sections, T sections, I ਜਾਂ beam sections। ਉਸ ਤੋਂ ਬਾਅਦ these are rolled steel bars, these are square bars, these are flats, so these are aluminum profile sheet। और थल्ले वालियां साडे कोल ਇਹ ਹੋ ਗਈ plates, this is called mesh, this is called steel reinforcement, ਜਿਹੜੀ ਅਸੀਂ RCC ਦੇ ਵਿੱਚ ਯੂਜ਼ ਕਰਦੇ ਸੀ। ਸੋ these are the type of sections। ਆਪਾਂ ਕੱਲਾ ਕੱਲਾ ਨੈਕਸਟ ਵੀਡੀਓ ਦੇ ਵਿੱਚ ਇਹਨਾਂ ਬਾਰੇ ਹੀ ਡਿਸਕਸ ਕਰਾਂਗੇ। ਔਰ ਦੂਸਰੇ ਤਰੀਕੇ ਦੇ ਵਨ ਆਰ ਰੋਲਡ, ਜਿਹੜੇ ਸਾਂਚੇ 'ਚ ਪਾ ਕੇ ਬਣਾਏ ਜਾਂਦੇ ਆ। ਨਾਓ ਅਗਰ ਸਾਡੇ ਕੋਲ ਇਹੋ ਜਿਹੇ ਕੋਈ ਸੈਕਸ਼ਨਸ ਬਣਾਏ ਜਾਣ, एग्जाम्पल मैं ਤੁਹਾਨੂੰ ਇੱਕ एग्जाम्पल ਦਿੰਨਾ ਕਿ ਜਿਹੜਾ ਇੰਡੀਅਨ ਸਟੈਂਡਰਡ ਕੋਡ ਹੈ, ਜਿਹਨੂੰ ਮੈਂ ਇੰਡੀਅਨ ਸਟੈਂਡਰਡ ਬੁੱਕ ਹੈ ਜਿਹੜੀ, ਜਿਹਨੂੰ ਅਸੀਂ ਆਈਐਸ ਹੈਂਡਬੁੱਕ ਨੰਬਰ 1 ਕਹਿੰਦੇ ਆ ਜਾਂ ਸਟੀਲ ਟੇਬਲਸ ਕਹਿੰਦੇ ਆ, ਉਹਦੇ ਅਕੋਰਡਿੰਗਲੀ ਜਿਹੜਾ ਆਈ ਸੈਕਸ਼ਨ ਹੈ ਉਹਦਾ ਸਭ ਤੋਂ ਹੈਵੀਅਰ, ਸਭ ਤੋਂ ਜਿਹੜਾ ਮਤਲਬ ਵੱਡਾ ਸੈਕਸ਼ਨ ਹੈ, ਜਿਹੜੀ ਓਵਰਆਲ ਡੈਪਥ 600 mm ਆ। ਸੋ ਸਪੋਜ਼ ਸਾਡੇ ਕੋਲ ਕੋਈ ਇਹੋ ਜਿਹਾ ਸਟਰਕਚਰ ਆਇਆ ਜਿਹਦੇ ਵਿੱਚ ਕਿ ਸਾਨੂੰ ਸਾਡੇ ਬੀਮ ਦੀ ਸੈਕਸ਼ਨ ਚਾਹੀਦੀ ਆ 1500 mm, ਤਾਂ ਫਿਰ ਉਸ ਕੇਸ ਦੇ ਵਿੱਚ ਅਸੀਂ ਕੀ ਕਰਦੇ ਆ, ਸਾਡੇ ਕੋਲ 1500 mm ਦਾ ਤਾਂ ਹੈ ਨਹੀਂ, ਪਰ ਰਿਕੁਆਇਰਮੈਂਟ 1500 mm ਦੀ ਆ। ਸੋ ਫॉर दैट ਅਸੀਂ ਕੀ ਕਰਦੇ ਆ, ਸਟੀਲ ਦੀਆਂ ਪਲੇਟਾਂ ਨੂੰ ਆਪ ਜੋੜ ਕੇ ਤਿੰਨ ਸਟੀਲ ਦੀਆਂ ਪਲੇਟਾਂ ਨੂੰ ਜੋੜ ਕੇ ਅਸੀਂ ਆਪ ਸੈਕਸ਼ਨ ਬਣਾਉਂਦੇ ਆ। दैट section is called built up sections। ਸੋ ਬਿਲਟ ਅਪ ਸੈਕਸ਼ਨਸ ਕਿਹੜੇ ਹੁੰਦੇ ਨੇ, ਜਿਹੜੇ ਕਿ ਇੱਕ ਸੈਕਸ਼ਨ ਤੋਂ ਵੱਧ ਸੈਕਸ਼ਨਸ ਨੂੰ ਜੋੜ ਕੇ ਬਣਾਏ ਜਾਣ। ਜਿਵੇਂ ਮੈਂ ਤੁਹਾਨੂੰ ਇਹ ਐਗਜ਼ਾਮਪਲ ਦਿੱਤੀ, ਇਹਨੂੰ ਅਸੀਂ ਪਲੇਟ ਗਰਡਰ ਬੋਲਦੇ ਹਾਂ, ਜਦੋਂ ਇੱਕ ਆਈ ਸੈਕਸ਼ਨ ਪਲੇਟਾਂ ਦਾ ਬਣੇ। ਅਗਰ ਦੋ ਆਈ ਸੈਕਸ਼ਨ ਰੋਲਡ ਵਾਲੇ ਜੋੜੇ ਜਾਣ, ਇਹਨੂੰ ਵੀ ਬਿਲਟ ਅਪ ਸੈਕਸ਼ਨ ਕਵਾਂਗੇ। ਜੇ ਚਾਰ एंगल सेक्शन जोड़े जान, दैट इज ऑल्सो कॉल्ड बिल्ट अप सेक्शन। अगर दो चैनल सेक्शन जोड़े जान, बिल्ट अप सेक्शन। सो ये सारे दे सारे बिल्ट अप सेक्शंस ने, इन्हां नूं प्लेट्स नाल जोड़िया जांदा, दीज आर प्लेट्स। सिमिलरली ये भी प्लेट्स। सो दीज आर बिल्ट अप सेक्शंस। सो आ साडे कोल बिल्ट अप सेक्शन आ, चार टी सेक्शंस ज्वाइन कीते गए आ। और थल्ले वाला की है, इट इज कॉल्ड प्लेट गर्डर, राइट। सो दैट इज ऑल फॉर टुडे। सो ਆਪਾਂ ਨੈਕਸਟ ਲੈਕਚਰ ਦੇ ਵਿੱਚ ਪੜਾਂਗੇ ਕੱਲੇ ਕੱਲੇ ਆਈਐਸ ਕੋਡ ਦੀਆਂ ਸਪੈਸੀਫਿਕੇਸ਼ਨਸ ਐਂਡ ਫਰਦਰ ਮੂਵ ਔਨ ਕਰਾਂਗੇ ਉਹਨਾਂ ਨੂੰ ਡੈਜ਼ਿਗਨੇਸ਼ਨ ਕਿਵੇਂ ਕਰਦੇ ਆ, ਡੈਜ਼ਿਗਨੇਟ ਕਿਵੇਂ ਕਰਦੇ ਆ। ਸੋ ਥੈਂਕ ਯੂ।